ਬੀਤੀ ਦਿਨ ਹੀ ਜਿਹੜਾ ਐਗਰੀਮੈਂਟ ਹੋਇਆ ਹੈ ਪੰਜਾਬ ਗਵਰਨਮੈਂਟ ਤੇ ਦਿੱਲੀ ਗਵਰਨਮੈਂਟ ਦੇ ਵਿੱਚ ਇਹਦੇ ਵਿੱਚ ਕੀ ਹੈ ਇਹ 'ਚ ਸੱਚਾਈ ਕਿਸ ਤਰੀਕੇ ਨਾਲ ਪੰਜਾਬ ਗਵਰਨਮੈਂਟ ਪਾਬੰਦ ਹੈ ਜਾਂ ਕਿਸ ਤਰ੍ਹਾਂ ਦੀ ਨੌਲੇਜ ਸ਼ੇਅਰਿੰਗ ਹੋਏਗੀ ਜਾਂ ਨਹੀਂ ਹੋਏਗੀ। ਇਹ ਆਪਣੇ ਆਪ ਦੇ ਵਿੱਚ ਜੇ ਅਸੀਂ ਇੰਡੀਅਨ ਸਟੇਟਸ ਦੀ ਗੱਲ ਕਰੀਏ ਤਾਂ ਪਹਿਲਾ ਐਗਰੀਮੈਂਟ ਹੈ। ਜਦੋਂ ਇਸ ਕਿਸਮ ਦਾ ਐਗਰੀਮੈਂਟ ਹੁੰਦਾ ਹੈ ਤਾਂ ਕਈ ਵਾਰ ਇਹ ਹੁੰਦਾ ਕਿ ਉਹਦੀਆਂ ਬਹੁਤ ਸਾਰੀਆਂ ਹਾਈਲਾਈਟਸ ਪਹਿਲਾਂ ਸਾਹਮਣੇ ਆ ਜਾਂਦੀਆਂ ਜਿਨ੍ਹਾਂ ਨੂੰ ਆਧਾਰ ਬਣਾ ਕੇ ਉਹਨਾਂ ਤੇ ਟਿੱਪਣੀ ਕੀਤੀ ਜਾ ਸਕਦੀ ਹੈ। ਪਰ ਬੁਨਿਆਦੀ ਗੱਲ ਇਸ ਦੀ ਇਹ ਹੈ ਕਿ ਜਿੰਨਾ ਕਿ ਇਸ ਦਾ ਹੁਣ ਤੱਕ ਕਿ ਮਸੌਦਾ ਸਾਡੇ ਕੋਲੇ ਨਿਕਲ ਕੇ ਆਇਆ ਹੈ ਉਹ ਉਹੀ ਹੈ ਜਿਹੜਾ ਪ੍ਰੈਸ ਰਾਹੀਂ ਆਇਆ ਹੈ। ਔਰ ਇਸ ਨੂੰ ਦੋ ਤਰ੍ਹਾਂ ਨਾਲ ਦੇਖਿਆ ਜਾ ਸਕਦਾ ਹੈ। ਇੱਕ ਤਾਂ ਇਸ ਨੂੰ ਆਮ ਆਦਮੀ ਪਾਰਟੀ ਦਾ ਰਾਜਨੀਤਿਕ ਪੈਂਤੜਾ ਵੀ ਕਿਹਾ ਜਾ ਸਕਦਾ ਹੈ। ਉਹ ਇਸ ਕਰਕੇ ਕਿਹਾ ਜਾ ਸਕਦਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਬਿਜਲੀ ਦੇ ਕੁਝ ਅਧਿਕਾਰੀ ਦਿੱਲੀ ਦੇ ਵਿੱਚ ਬੁਲਾਏ ਸੀ, ਜਿਸ ਤੇ ਪੰਜਾਬ ਦੇ ਵਿੱਚ ਕਾਫੀ ਰਾਜਨੀਤਿਕ ਤੌਰ ਤੇ ਚਰਚਾ ਹੋਈ ਕਿ ਦਿੱਲੀ ਸਰਕਾਰ ਜਾਂ ਕੇਜਰੀਵਾਲ ਉਹਨਾਂ ਨੂੰ ਕਿਉਂ ਬੁਲਾ ਰਿਹਾ ਹੈ, ਕਿਉਂਕਿ ਬੁਨਿਆਦੀ ਤੌਰ ਤੇ ਪੰਜਾਬ ਦੇ ਅਧਿਕਾਰੀ ਹੈ ਕਿ ਉਹਨਾਂ ਨੂੰ ਦਿੱਲੀ ਤੋਂ ਕੋਈ ਡਾਇਰੈਕਸ਼ਨ ਦਿੱਤੀ ਜਾ ਰਹੀ ਹੈ। ਜੇ ਇਸ ਫਾਰਮੈਟ ਦੇ ਵਿੱਚ ਦੇਖੀਏ ਤਾਂ ਸ਼ਾਇਦ ਹੋ ਸਕਦਾ ਸਰਕਾਰ ਨੇ ਸੋਚਿਆ ਹੋਵੇ ਕਿ ਕੋਈ ਇੱਦਾਂ ਦਾ ਐਗਰੀਮੈਂਟ ਬਣਾਇਆ ਜਾਵੇ ਜਿਸ ਦੇ ਨਾਲ ਕੱਲ੍ਹ ਨੂੰ ਜੇ ਪੰਜਾਬ ਦੇ ਅਧਿਕਾਰੀਆਂ ਨੂੰ ਦਿੱਲੀ ਦੇ ਵਿੱਚ ਬੁਲਾਇਆ ਜਾਂਦਾ ਤਾਂ ਇਸ ਕਿਸਮ ਦੀ ਆਵਾਜ਼ ਨਾ ਉੱਠੇ। ਇੱਕ ਇਸ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ। ਦੂਸਰਾ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਤਾਂ ਉਹ ਬਹੁਤ ਸਾਰੀਆਂ ਥਾਵਾਂ ਤੇ ਵਿਜ਼ਿਟ ਕਰਦੀ ਹੈ। ਇਹ ਨਾ ਤਾਂ ਕੋਈ ਪਹਿਲੀ ਵਿਜ਼ਿਟ ਹੈ, ਨਾ ਹੀ ਆਮ ਆਦਮੀ ਪਾਰਟੀ ਪਹਿਲੀ ਸਰਕਾਰ ਹੈ ਜਿਹਨੇ ਇਸ ਕਿਸਮ ਦਾ ਮਸਲਾ ਲੈ ਕੇ ਆਂਦਾ ਹੈ। ਇਸ ਤੋਂ ਪਹਿਲਾਂ ਵੀ ਤੁਹਾਡੇ ਯਾਦ ਹੋਊਗਾ ਬਹੁਤ ਵਾਰ ਪੰਜਾਬ ਦੇ ਮੁੱਖ ਮੰਤਰੀ ਪਾਕਿਸਤਾਨ 'ਚ ਜਾਂਦੇ ਰਹੇ ਹੈ। ਕੋਈ ਛੱਤਰਾ ਲੈ ਕੇ ਆਉਂਦਾ ਸੀ, ਕੋਈ ਭੇਡੂ ਲੈ ਕੇ ਆਉਂਦਾ ਸੀ, ਕੋਈ ਘੋੜਾ ਲੈ ਕੇ ਆਉਂਦਾ ਸੀ। ਉਹ ਵੀ ਇੱਕ ਕਿਸਮ ਦਾ ਪਸ਼ੂ ਧਨ ਬਾਹਰੋਂ ਲਿਆਉਣ ਦੀ ਗੱਲ ਸੀ। ਸਕੈਂਡੀਨੇਵੀਅਨ ਕੰਟਰੀ ਯੂਰਪ ਦੇ ਵਿੱਚ ਬਹੁਤ ਸਾਰੇ ਲੋਕ ਜਾਂਦੇ ਰਹੇ, ਉੱਥੋਂ ਉਹ ਡੇਅਰੀ ਫਾਰਮ ਦੀਆਂ ਟੈਕਨੀਕਸ ਲੈ ਕੇ ਆਉਂਦੇ ਰਹੇ ਹੈ। ਇਸੇ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ IT ਸੈਕਟਰ ਦੀਆਂ ਟੈਕਨੋਲੋਜੀਜ਼ ਹੈ ਉਹ ਜਾਪਾਨ ਤੋਂ ਜਾਂ ਬਾਕੀ ਥਾਵਾਂ ਤੋਂ ਵੀ ਲਿਆਉਂਦੇ ਰਹੇ ਹੈ। ਉਸ ਸਮੇਂ ਇਸ ਕਿਸਮ ਦਾ ਰੌਲਾ ਭਾਵੇਂ ਨਹੀਂ ਪਿਆ ਪਰ ਐਗਰੀਮੈਂਟ ਕਿਤੇ ਨਾ ਕਿਤੇ ਹੁੰਦੇ ਰਹੇ ਹੈ। ਹਿੰਦੁਸਤਾਨ ਦੀ ਜੇ ਗੱਲ ਕਰੀਏ ਤਾਂ ਇੱਕ ਸਭ ਤੋਂ ਵੱਡਾ ਇਲੈਕਸ਼ਨ ਤੋਂ ਬਾਅਦ ਜਿਹੜਾ ਕੇਂਦਰੀ ਸਰਕਾਰ ਨੇ ਕੰਮ ਕੀਤਾ ਸੀ ਉਹ ਬੁਲਟ ਟ੍ਰੇਨ ਦਾ ਸੀ। ਉਹ ਵੀ ਇੱਕ ਫਰਮ ਦੇ ਨਾਲ ਉਸ ਕਿਸਮ ਦਾ ਐਗਰੀਮੈਂਟ ਸੀ ਜਿੱਥੇ ਟੈਕਨੋਲੋਜੀ ਸ਼ੇਅਰਿੰਗ ਸੀ। ਜੇ ਉਸ ਤੋਂ ਹੋਰ ਪਿੱਛੇ ਜਾਈਏ ਤਾਂ ਰਸ਼ੀਆ ਤੋਂ ਜਦੋਂ ਮਿਲਟਰੀ ਟੈਕਨੋਲੋਜੀ ਲਈ ਜਾਂਦੀ ਸੀ ਤਾਂ ਆਮ ਤੌਰ ਤੇ ਐਗਰੀਮੈਂਟ ਦਾ ਉਦੋਂ ਹਿੱਸਾ ਬਣਾਇਆ ਜਾਂਦਾ ਸੀ ਕਿ ਕੀ ਇਕਵਿਪਮੈਂਟ ਦੇ ਨਾਲ ਟੈਕਨੋਲੋਜੀ ਸ਼ੇਅਰਿੰਗ ਵੀ ਹੋਵੇਗੀ। ਇਸ ਕਰਕੇ ਭਾਵੇਂ ਇਸ ਦਾ ਰੌਲਾ ਨਵੇਂ ਰੂਪ ਦੇ ਵਿੱਚ ਪੈ ਰਿਹਾ ਹੈ ਪਰ ਥੋੜ੍ਹੇ ਬਹੁਤੇ ਫੇਰ ਬਦਲ ਦੇ ਨਾਲ ਇਸ ਕਿਸਮ ਦੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ, ਅੱਜ ਵੀ ਹੋ ਰਹੀਆਂ ਤੇ ਆਉਂਦੇ ਵਾਲੇ ਸਮੇਂ ਦੇ ਵਿੱਚ ਵੀ ਹੁੰਦੀਆਂ ਰਹਿਣਗੀਆਂ। ਜਿਵੇਂ ਇਸ ਐਗਰੀਮੈਂਟ 'ਚ ਕਿਹਾ ਗਿਆ ਕਿ ਪਾਵਰ, ਐਜੂਕੇਸ਼ਨ ਤੇ ਹੈਲਥ ਇਹਨਾਂ ਤਿੰਨਾਂ 'ਚ ਬਦਲਾਅ ਕੀਤਾ ਜਾਏਗਾ। ਲੱਗਦਾ ਕਿ ਅਗਰ ਐਗਰੀਮੈਂਟ ਨਾਲ ਕੋਈ ਫਰਕ ਪਊਗਾ ਦਿੱਲੀ ਤੇ ਪੰਜਾਬ ਦੇ ਵਿੱਚ? ਦੇਖੋ ਗੱਲ ਇਹ ਹੈ ਕਿ ਜਦੋਂ ਅਸੀਂ ਕਿਸੇ ਇੱਕ ਸਟੇਟ ਦੇ ਵਿੱਚ ਇਹ ਦੇਖਦੇ ਹਾਂ ਕਿ ਉੱਥੇ ਕੋਈ ਮਾਡਲ ਸਫਲਤਾਪੂਰਵਕ ਚੱਲ ਰਿਹਾ ਹੈ ਤੇ ਉਸ ਮਾਡਲ ਤੋਂ ਜਾਣਕਾਰੀ ਲੈਣੀ, ਉਸ ਦੇ ਅਨੁਭਵ ਤੋਂ ਸਿੱਖਿਆ ਲੈਣੀ ਵਿਹਾਰਕ ਤੌਰ ਤੇ ਇਹ ਕੋਈ ਮਾੜੀ ਗੱਲ ਨਹੀਂ ਹੈ। ਪਰ ਇਹਦੇ ਰਾਜਨੀਤਿਕ ਮਾਇਨੇ ਕੁਝ ਵੀ ਹੋ ਸਕਦੇ ਆ। ਜਿਹੜਾ ਇੱਕ ਸ਼ਬਦ ਅਸੀਂ ਵਰਤਦੇ ਹਾਂ ਨਾ ਮਾਡਲ, ਇਹ ਰਾਜਨੀਤੀ ਦੇ ਵਿੱਚ ਵੀ ਕੋਈ ਨਵਾਂ ਨਹੀਂ। ਤੁਹਾਡੇ ਯਾਦ ਹੋਣਾ ਜਦੋਂ ਹਿੰਦੁਸਤਾਨ ਦੇ ਵਿੱਚ ਸਾਡੀਆਂ ਰਾਸ਼ਟਰੀ ਪੱਧਰ ਦੀਆਂ ਚੋਣਾਂ ਹੋ ਰਹੀਆਂ ਸੀ ਤਾਂ ਉਦੋਂ ਆਮ ਤੌਰ ਤੇ ਮੋਦੀ ਸਾਹਿਬ ਆਪਣੀ ਹਰ ਰੈਲੀ ਦੇ ਵਿੱਚ ਇਹ ਗੱਲ ਕਹਿ ਕੇ ਸੰਬੋਧਨ ਕਰਦੇ ਹੁੰਦੇ ਸੀ ਕਿ ਅਸੀਂ ਗੁਜਰਾਤ ਮਾਡਲ ਨੂੰ ਹਿੰਦੁਸਤਾਨ ਦੇ ਵਿੱਚ ਲਾਗੂ ਕਰਾਂਗੇ। ਉਸੇ ਤਰੀਕੇ ਨਾਲ ਹੁਣ ਇੱਕ ਦਿੱਲੀ ਮਾਡਲ ਹੈ। ਮੁਹੱਲਾ ਕਲੀਨਿਕ ਆਪਣੇ ਆਪ ਦੇ ਵਿੱਚ ਇੱਕ ਨਵੀਂ ਟੈਕਨੀਕ ਹੈ, ਉਹਨੂੰ ਸਫਲਤਾਪੂਰਵਕ ਚਲਾਉਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਉੱਥੇ ਕਾਫੀ ਲੋਕਾਂ ਦਾ ਮਨ ਜਿੱਤਿਆ ਹੈ। ਇਸੇ ਤਰੀਕੇ ਨਾਲ ਜਿੱਥੋਂ ਤੱਕ ਸਕੂਲਾਂ ਦੀ ਗੱਲ ਹੈ ਤਾਂ ਮਨੀਸ਼ ਸਿਸੋਦੀਆ ਫਿਨਲੈਂਡ ਗਏ, ਹੋਰ ਬਹੁਤ ਸਾਰੀਆਂ ਥਾਵਾਂ ਤੇ ਗਏ, ਉੱਥੋਂ ਅਨੁਭਵ ਲਿਆ ਕੇ ਉਹਨਾਂ ਨੇ ਦਿੱਲੀ ਦੇ ਵਿੱਚ ਆਪਣੇ ਸਕੂਲ ਹੈ ਜਿਹੜੇ ਗਰੋ ਕੀਤੇ। ਪੰਜਾਬ ਦੀ ਗੌਰਮੈਂਟ ਵੀ ਸਮਾਰਟ ਸਕੂਲਾਂ ਦੀ ਗੱਲ ਕਰਦੀ ਰਹੀ ਹੈ। ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਜੇ ਉਹਨਾਂ ਦੇ ਅਨੁਭਵ ਦੀ ਸ਼ੇਅਰਿੰਗ ਤੱਕ ਦੀ ਗੱਲ ਹੈ ਤਾਂ ਉਹਦੇ ਵਿੱਚ ਕੋਈ ਬੁਰੀ ਗੱਲ ਨਹੀਂ ਹੈ। ਪਰ ਮਸਲਾ ਉਦੋਂ ਗੰਭੀਰ ਹੋ ਜਾਂਦਾ ਹੈ ਜਦੋਂ ਸੁਖਬੀਰ ਸਿੰਘ ਬਾਦਲ ਜੇ ਸਿੱਧੇ ਤੌਰ ਤੇ ਅਸੀਂ ਆਪੋਜੀਸ਼ਨ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਜਦੋਂ ਉਹ ਇਹ ਕਹਿੰਦੇ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਹੱਕਾਂ ਨੂੰ ਦਿੱਲੀ ਕੋਲ ਗਹਿਣੇ ਰੱਖਿਆ ਹੈ। ਹੁਣ ਇਸ ਐਗਰੀਮੈਂਟ ਦੀ ਇੰਪਲੀਮੈਂਟੇਸ਼ਨ ਕਿਵੇਂ ਹੁੰਦੀ ਹੈ, ਇਸ ਐਗਰੀਮੈਂਟ ਦੇ ਜਿਹੜੀਆਂ ਵੱਖ-ਵੱਖ ਕੌਲਾਜ਼ ਹੈ ਉਹ ਕਿੰਨੀ ਸਖਤੀ ਨਾਲ ਕਿਸ ਰੂਪ ਦੇ ਵਿੱਚ ਪਾਲਣਾ ਕੀਤੀ ਜਾਂਦੀ ਹੈ, ਜਦੋਂ ਉਹਨਾਂ ਦੀਆਂ ਅਸੀਂ ਵਿਹਾਰਕ ਪੱਧਰ ਤੇ ਉਹਨੂੰ ਸਾਹਮਣੇ ਆਇਆ ਦੇਖਾਂਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਉਸ ਸਮੇਂ ਖੁੱਲ੍ਹ ਕੇ ਸਾਡੇ ਸਾਹਮਣੇ ਆਉਣਗੀਆਂ।